Hello everyone, this is Sakshi Agarwal from Malerkotla. I welcome you all on मेहनती बच्चे. I hope you all are doing well. So ਅੱਜ ਤੋਂ ਆਪਾਂ ਐਗਰੀਕਲਚਰ ਦੇ ਲੈਕਚਰ ਸਟਾਰਟ ਕਰਨ ਜਾ ਰਹੇ ਹਾਂ. ਬਹੁਤ ਸਾਰੇ ਸਟੂਡੈਂਟਸ ਦੇ ਮੈਸੇਜ ਆ ਰਹੇ ਸੀ ਕਿ ਐਗਰੀਕਲਚਰ ਦੇ ਲੈਕਚਰਸ ਤੇ ਨੋਟਸ ਪ੍ਰੋਵਾਈਡ ਕੀਤੇ ਜਾਣ. ਸੋ ਨੋਟਸ ਵੀ ਜਲਦੀ ਪ੍ਰੋਵਾਈਡ ਕੀਤੇ ਜਾਣਗੇ. ਅੱਜ ਤੋਂ ਆਪਾਂ ਲੈਕਚਰ ਸਟਾਰਟ ਕਰ ਰਹੇ ਹਾਂ. ਸੋ ਅਗਰ ਆਪਾਂ ਪੰਜਾਬ ਪਟਵਾਰੀ ਦੀ ਆਫੀਸ਼ੀਅਲ ਨੋਟੀਫਿਕੇਸ਼ਨ ਦੇਖੀਏ ਤਾਂ ਜਿਹੜਾ ਐਗਰੀਕਲਚਰ ਦਾ ਸੈਕਸ਼ਨ ਹੈ ਉਹ 10 ਮਾਰਕਸ ਤੇ ਵੇਟੇਜ ਦਿੱਤੀ ਗਈ ਹੈ ਉਹਨੂੰ. ਓਕੇ, ਸੋ ਇਹ ਕਾਫੀ ਇੰਪੋਰਟੈਂਟ ਹੈ ਤੇ ਤੁਸੀਂ ਅਗਰ ਦੇਖੋਗੇ ਇਹਦੇ ਵਿੱਚ ਜਿਹੜਾ ਸਭ ਤੋਂ ਪਹਿਲਾ ਟੌਪਿਕ ਹੈ ਉਹਦਾ ਨਾਮ ਹੈ ਰਬੀ ਐਂਡ ਖਰੀਫ ਕ੍ਰੌਪਸ देयर ਸੋਇੰਗ ਪੀਰੀਅਡ ਐਂਡ ਵੈਰਾਈਟੀਜ਼. ਓਕੇ, ਸੋ ਇਹ ਟੌਪਿਕ ਤੋਂ ਡਿਸਕਸ ਕਰਦੇ ਹਾਂ. ਸੋ ਲੈਕਚਰ ਨੂੰ ਐਂਡ ਤੱਕ ਜ਼ਰੂਰ ਦੇਖਿਓ. ਸਭ ਤੋਂ ਪਹਿਲਾਂ ਹੁਣ ਆਪਾਂ ਦੇਖਦੇ ਹਾਂ ਕਿ ਐਗਰੀਕਲਚਰ ਦੀ ਡੈਫੀਨੇਸ਼ਨ ਕੀ ਹੈ. ਜਿਹਦੇ ਬਾਰੇ ਆਪਾਂ ਪੜ੍ਹਨ ਜਾ ਰਹੇ ਹਾਂ ਉਹਦੇ ਬਾਰੇ ਵੀ ਤਾਂ ਪਤਾ ਹੋਣਾ ਚਾਹੀਦਾ ਕਿ ਉਹ ਚੀਜ਼ ਕੀ ਹੈ. ਸੋ ਐਗਰੀਕਲਚਰ ਇੱਕ ਐਸੀ ਆਰਟ ਹੈ ਜਿਹਦੇ ਵਿੱਚ ਪਲਾਂਟਸ ਨੂੰ ਤਾਂ ਉਗਾਇਆ ਹੀ ਜਾਂਦਾ ਹੈ ਤੇ ਨਾਲ ਹੀ ਜਿਹੜੇ ਐਨੀਮਲਸ ਹੈ ਉਹਨਾਂ ਨੂੰ ਵੀ ਰੇਜ਼ ਕੀਤਾ ਜਾਂਦਾ ਹੈ. ਉਹ ਕਾਹਦੇ ਲਈ ਕੀਤਾ ਜਾਂਦਾ ਹੈ? ਫੂਡ ਲਈ, ਜਿਵੇਂ ਮਿਲਕ ਹੋ ਗਿਆ, ਠੀਕ ਹੈ, ਜਾਂ ਫਿਰ ਅਦਰ ਹਿਊਮਨ ਨੀਡਸ ਨੂੰ ਪੂਰਾ ਕਰਨ ਦੇ ਲਈ ਜਾਂ ਫਿਰ ਇਕਨੋਮਿਕ ਬੈਨੀਫਿਟਸ ਦੇ ਲਈ. ਪਹਿਲਾ ਕੁਐਸਚਨ ਹੈ ਦ ਰਬੀ ਕ੍ਰੌਪਸ ਆਰ ਸੋਨ ਇਨ ਵਿਚ ਮੰਥ. ਇਹਨਾਂ ਵਿੱਚੋਂ ਐਸੇ ਕਿਹੜੇ ਮੰਥਸ ਹੈ ਜਿਨ੍ਹਾਂ ਵਿੱਚ ਜਿਹੜੇ ਰਬੀ ਕ੍ਰੌਪਸ ਹੈ ਉਹਨਾਂ ਨੂੰ ਬੀਜਿਆ ਜਾਂਦਾ ਹੈ? ਪਹਿਲਾ ਆਪਸ਼ਨ ਹੈ ਮਾਰਚ ਅਪ੍ਰੈਲ, ਸੈਕੰਡ ਇਜ਼ ਜੂਨ ਜੁਲਾਈ, ਥਰਡ ਇਜ਼ ਅਕਤੂਬਰ ਨਵੰਬਰ ਐਂਡ ਫੋਰਥ ਇਜ਼ ਜਨਵਰੀ ਫੈਬਰਰੀ. ਸੋ ਇਹ ਕੁਐਸਚਨ ਦਾ ਆਨਸਰ ਦੇਖਣ ਦੇ ਲਈ ਆਪਾਂ ਇੱਕ ਇੰਪੋਰਟੈਂਟ ਪਾਰਟ ਡਿਸਕਸ ਕਰਨ ਜਾ ਰਹੇ ਹਾਂ. ਇਹ ਸਾਰੀ ਚੀਜ਼ਾਂ ਤੁਹਾਨੂੰ ਨੋਟਸ 'ਚ ਮਿਲ ਜਾਣਗੀਆਂ. ਨੋਟਸ ਜਲਦੀ ਲਾਂਚ ਹੋਣਗੇ, ਸੋ ਡੋਂਟ ਵਰੀ. ਓਕੇ, ਸੋ ਦੇਖੋ, ਸਭ ਤੋਂ ਪਹਿਲਾਂ ਅਗਰ ਆਪਾਂ ਦੇਖੀਏ ਤਾਂ ਕਾਫੀ ਸਾਰੇ ਤਰ੍ਹਾਂ ਦੀਆਂ ਕ੍ਰੌਪਸ ਹੁੰਦੀਆਂ ਨੇ. ਕ੍ਰੌਪਸ ਨੂੰ ਆਪਾਂ ਬੇਸਿਕਲੀ ਅਲੱਗ-ਅਲੱਗ ਡਿਵੀਜ਼ਨਸ ਕਰ ਸਕਦੇ ਉਹਨਾਂ ਦੇ ਏਰੀਆ ਦੇ ਬੇਸਿਸ ਤੇ, ਸੀਜ਼ਨ ਦੇ ਬੇਸਿਸ ਤੇ, ਇਕਨੋਮਿਕ ਵੈਲਿਊ ਦੇ ਬੇਸਿਸ ਤੇ. ਬਟ ਅਗਰ ਤੁਸੀਂ ਸਿਲੇਬਸ ਦੇਖੋਗੇ ਤਾਂ ਉਹਦੇ ਵਿੱਚ ਸੀਜ਼ਨ ਦੇ ਬੇਸਿਸ ਤੇ ਡਿਵੀਜ਼ਨ ਬੋਲੀ ਗਈ ਹੈ. ਸੋ ਆਪਾਂ ਆਪਣੀ ਜਿਹੜੀ ਸਟੱਡੀ ਆ ਉਹਨੂੰ ਸੀਜ਼ਨ ਦੇ ਬੇਸਿਸ ਤੱਕ ਹੀ ਲਿਮਿਟਿਡ ਰੱਖਾਂਗੇ, ਜ਼ਿਆਦਾ ਨਹੀਂ ਜਾਵਾਂਗੇ ਡੀਪ ਦੇ ਵਿੱਚ. ਓਕੇ, ਸੋ ਸੀਜ਼ਨ ਦੇ ਬੇਸਿਸ ਤੇ ਅਗਰ ਆਪਾਂ ਕ੍ਰੌਪਸ ਦੇਖੀਏ ਤਾਂ 3 ਟਾਈਪ ਦੀਆਂ ਹੁੰਦੀਆਂ, ਰਬੀ, ਖਰੀਫ ਔਰ ਜ਼ੈਦ ਕ੍ਰੌਪਸ. ਓਕੇ, ਸੋ ਹੁਣ ਆਪਾਂ ਇੱਕ ਇੱਕ ਕਰਕੇ ਪੁਆਇੰਟਸ ਡਿਸਕਸ ਕਰਾਂਗੇ ਤਿੰਨੋਂ ਕ੍ਰੌਪਸ ਦੇ ਬਾਰੇ. ਸਭ ਤੋਂ ਪਹਿਲਾਂ ਜਿਹੜੀ ਖਰੀਫ ਕ੍ਰੌਪ ਹੈ ਉਹਨਾਂ ਨੂੰ ਕਿਹੜੇ ਮੰਥ ਦੇ ਵਿੱਚ ਉਗਾਇਆ ਜਾਂਦਾ ਹੈ? ਮੌਨਸੂਨ ਮੰਥ ਦੇ ਵਿੱਚ ਉਗਾਇਆ ਜਾਂਦਾ ਹੈ. ਓਕੇ, ਯਾਨੀ ਕਿ ਜੂਨ ਤੋਂ ਲੈ ਕੇ ਨਵੰਬਰ ਤੱਕ. ਇਸ ਲਈ ਇਹ ਕ੍ਰੌਪਸ ਨੂੰ ਰੇਨੀ ਜਾਂ ਫਿਰ ਮੌਨਸੂਨ ਕ੍ਰੌਪਸ ਵੀ ਬੋਲਦੇ ਆ. ਸੈਕਿੰਡ ਹੈ ਰਬੀ ਕ੍ਰੌਪਸ. ਜਿਹੜੇ ਰਬੀ ਕ੍ਰੌਪਸ ਹੈ ਉਹਨਾਂ ਨੂੰ ਵਿੰਟਰ ਸੀਜ਼ਨ ਦੇ ਵਿੱਚ ਉਗਾਇਆ ਜਾਂਦਾ ਹੈ, ਇਸ ਲਈ ਇਹਨਾਂ ਨੂੰ ਵਿੰਟਰ ਔਰ ਕੋਲਡ ਸੀਜ਼ਨ ਕ੍ਰੌਪਸ ਵੀ ਬੋਲਦੇ ਆ. ਥਰਡ ਹੈ ਜ਼ੈਡ ਕ੍ਰੌਪਸ. ਜਿਹੜੇ ਜ਼ਾਇਦ ਕ੍ਰੌਪਸ ਹੈ ਉਹਨਾਂ ਨੂੰ ਸਮਰ ਦੇ ਵਿੱਚ ਉਗਾਇਆ ਜਾਂਦਾ ਹੈ, ਇਸ ਲਈ ਇਹਨਾਂ ਨੂੰ ਸਮਰ ਕ੍ਰੌਪਸ ਵੀ ਬੋਲਦੇ ਆ. ਕਿਹੜੇ ਮੰਥਸ ਹੈ? ਮਾਰਚ ਤੋਂ ਲੈ ਕੇ ਜੂਨ ਤੱਕ. ਓਕੇ, ਦੈਨ ਹੁਣ ਇਹ ਕ੍ਰੌਪਸ ਨੂੰ ਬੀਜਿਆ ਕਦੋਂ ਜਾਂਦਾ ਹੈ? ਸਭ ਤੋਂ ਪਹਿਲਾਂ ਅਗਰ ਆਪਾਂ ਖਰੀਫ ਕ੍ਰੌਪ ਦੀ ਗੱਲ ਕਰੀਏ ਤਾਂ ਜਿਹੜੇ ਖਰੀਫ ਕ੍ਰੌਪ ਹੈ ਉਹਨਾਂ ਨੂੰ ਮਈ, ਜੂਨ, ਜੁਲਾਈ ਬੇਸਡ ਔਨ ਮੌਨਸੂਨ, ਠੀਕ ਹੈ, ਕਿਉਂਕਿ ਅਗਰ ਆਪਾਂ ਦੇਖੀਏ ਇੰਡੀਆ ਦੇ ਵੀ ਡਿਫਰੈਂਟ ਪਾਰਟਸ ਦੇ ਵਿੱਚ ਮੌਨਸੂਨ ਦੇ ਆਉਣ ਦਾ ਜਿਹੜਾ ਟਾਈਮ ਹੈ ਉਹ ਅਲੱਗ-ਅਲੱਗ ਹੁੰਦਾ ਹੈ. ਓਕੇ, ਸੋ ਉਹਦੇ ਬੇਸਿਸ ਤੇ ਜਿਹੜੇ ਖਰੀਫ ਕ੍ਰੌਪ ਹੈ ਉਹ ਅਲੱਗ-ਅਲੱਗ ਏਰੀਆਜ਼ ਦੇ ਵਿੱਚ ਅਲੱਗ-ਅਲੱਗ ਮੰਥਸ ਦੇ ਵਿੱਚ ਬੀਜੇ ਜਾਂਦੇ ਨੇ. ਸੋ ਕਿਹੜੇ-ਕਿਹੜੇ ਮੰਥਸ ਹੈ? ਮਈ, ਜੂਨ ਔਰ ਜੁਲਾਈ. ਓਕੇ, ਜਿਹੜੇ ਰਬੀ ਕ੍ਰੌਪਸ ਹੈ ਉਹਨਾਂ ਨੂੰ ਬੀਜਿਆ ਜਾਂਦਾ ਹੈ ਮਿਡ ਨਵੰਬਰ ਦੇ ਵਿੱਚ, ਯਾਨੀ ਕਿ ਮੌਨਸੂਨ ਤੋਂ ਬਾਅਦ. ਓਕੇ, ਦੈਨ ਜਿਹੜੇ ਸਮਰ ਕ੍ਰੌਪਸ ਹੈ ਜਾਂ ਜ਼ਾਇਦ ਕ੍ਰੌਪਸ ਹੈ ਇਹਨਾਂ ਨੂੰ ਸਮਰ ਦੇ ਵਿੱਚ ਬੀਜਿਆ ਜਾਂਦਾ ਹੈ. ਓਕੇ, ਦੈਨ ਜਿਹੜੇ ਖਰੀਫ ਕ੍ਰੌਪਸ ਹੈ ਹੁਣ ਇਹਨਾਂ ਦੀ ਕਟਾਈ ਕਦੋਂ ਹੁੰਦੀ ਹੈ? ਖਰੀਫ ਕ੍ਰੌਪਸ ਦੀ ਕਟਾਈ ਹੁੰਦੀ ਹੈ ਅਕਤੂਬਰ ਤੋਂ ਲੈ ਕੇ ਨਵੰਬਰ ਦੇ ਵਿੱਚ, ਜਦੋਂ ਮੌਨਸੂਨ ਸੀਜ਼ਨ ਦਾ ਐਂਡ ਹੁੰਦਾ ਹੈ. ਓਕੇ, ਜਿਹੜੇ ਰਬੀ ਕ੍ਰੌਪਸ ਹੈ ਇਹਨਾਂ ਦੀ ਹਾਰਵੈਸਟਿੰਗ ਸਟਾਰਟ ਹੁੰਦੀ ਹੈ ਅਪ੍ਰੈਲ ਮਈ ਦੇ ਵਿੱਚ, ਦੈਟ ਇਜ਼ ਸਪ੍ਰਿੰਗ ਸੀਜ਼ਨ ਦੇ ਵਿੱਚ. ਉਹ ਤੋਂ ਬਾਅਦ ਜਿਹੜੇ ਸਮਰ ਕ੍ਰੌਪਸ ਹੈ ਇਹਨਾਂ ਨੂੰ ਹਾਰਵੈਸਟ ਕੀਤਾ ਜਾਂਦਾ ਹੈ ਸਮਰ ਦੇ ਵਿੱਚ. ਸਮਰ ਨਾਮ ਤੋਂ ਯਾਦ ਰੱਖ ਲਓ. ਜ਼ਾਇਦ ਕ੍ਰੌਪਸ ਸਮਰ ਕ੍ਰੌਪਸ, ਖਰੀਫ ਕ੍ਰੌਪਸ ਰੇਨੀ ਕ੍ਰੌਪਸ ਤੇ ਰਬੀ ਕ੍ਰੌਪਸ ਵਿੰਟਰ ਕ੍ਰੌਪਸ. ਓਕੇ, ਦੈਨ ਨੈਕਸਟ ਅਗਰ ਆਪਾਂ ਖਰੀਫ ਕ੍ਰੌਪ ਦੇ ਕ੍ਰੌਪਿੰਗ ਪੀਰੀਅਡ ਦੀ ਗੱਲ ਕਰੀਏ ਤਾਂ ਉਹ ਹੈਗੀ ਜੂਨ ਤੋਂ ਲੈ ਕੇ ਅਕਤੂਬਰ ਨਵੰਬਰ ਤੱਕ ਦੀ. ਦੈਨ ਰਬੀ ਕ੍ਰੌਪਸ ਦੀ ਹੈਗੀ ਅਕਤੂਬਰ ਤੋਂ ਲੈ ਕੇ ਮਾਰਚ ਤੱਕ ਦੀ, ਤੇ ਜ਼ੈਦ ਕ੍ਰੌਪਸ ਹੈ ਜਿਹੜੇ ਇਹਨਾਂ ਦੀ ਹੈਗੀ ਮਾਰਚ ਤੋਂ ਲੈ ਕੇ ਜੂਨ ਤੱਕ ਦੀ. ਸੋ ਅਗਰ ਤੁਸੀਂ ਦੇਖੋਗੇ ਜਿਹੜੇ ਜ਼ੈਡ ਕ੍ਰੌਪਸ ਹੈ ਉਹ ਰਬੀ ਔਰ ਖਰੀਫ ਦੇ ਵਿੱਚ ਵਿਚਾਲੇ ਆਉਂਦੇ ਨੇ. ਓਕੇ, ਦੈਨ ਅਗਰ ਆਪਾਂ ਕਲਾਈਮੈਟਿਕ ਕੰਡੀਸ਼ਨਸ ਦੀ ਗੱਲ ਕਰੀਏ, ਜਿਹੜੇ ਖਰੀਫ ਕ੍ਰੌਪਸ ਹੁੰਦੇ ਆ ਇਹਨਾਂ ਨੂੰ ਵਾਰਮ ਵੈਟ ਵੈਦਰ ਚਾਹੀਦਾ ਹੁੰਦਾ ਹੈ ਕ੍ਰੌਪ ਦੀ ਗਰੋਥ ਦੇ ਦੌਰਾਨ, ਠੀਕ ਹੈ, ਵਾਰਮ ਟੈਂਪਰੇਚਰ ਹੋਵੇ ਤੇ ਵੈਟ ਵੈਦਰ ਹੋਵੇ. ਉਹ ਤੋਂ ਬਾਅਦ ਜਿਹੜੇ ਰਬੀ ਕ੍ਰੌਪਸ ਹੈ ਇਹ ਗਰੋ ਕਰਦੇ ਨੇ ਕੋਲਡ ਤੇ ਡਰਾਈ ਵੈਦਰ ਦੇ ਵਿੱਚ ਅੱਛੇ ਤਰੀਕੇ ਦੇ ਨਾਲ. ਦੈਨ ਜਿਹੜੇ ਜ਼ਾਇਦ ਕ੍ਰੌਪਸ ਹੈ ਇਹਨਾਂ ਨੂੰ ਵਾਰਮ ਡਰਾਈ ਵੈਦਰ ਚਾਹੀਦਾ ਹੁੰਦਾ ਹੈ ਮੇਜਰ ਪਾਰਟ ਦੇ ਵਿੱਚ ਗਰੋਥ ਦੀ. ਓਕੇ, ਦੈਨ ਅਗਰ ਆਪਾਂ ਐਗਜ਼ਾਮਪਲਸ ਦੀ ਗੱਲ ਕਰੀਏ ਤਾਂ ਖਰੀਫ ਕ੍ਰੌਪ ਦੇ ਐਗਜ਼ਾਮਪਲਸ ਹੈ ਪੈਡੀ, ਜਿਹਨੂੰ ਰਾਈਸ ਵੀ ਬੋਲਦੇ ਆ, ਕਾਟਨ, ਜੂਟ, ਜਵਾਰ, ਸ਼ੂਗਰ ਕੇਨ, ਮੇਜ਼, ਸੌਰਗਮ, ਤੁਰ, ਮੂੰਗ, ਉਰਦ.
सोयाबीन एंड ग्राउंडनट। ओके, अगर आप रबी क्रॉप्स की गल करिए तो केड़ी है, वीट, ग्राम, पीस, बारले, रेपसीड, ओट्स, लिनसीड, मस्टर्ड, लिनसीड दो बार लिखा गया, सॉरी फॉर दैट। ओके, देन नेक्स्ट है जेद क्रॉप्स, ये किहड़े ने, वाटरमैलन, पंपकिन, कुकंबर। ओके, सो ਤੁਸੀਂ ਮੇਨ याद रखना है खरीफ ते रबी क्रॉप्स के बारे, क्योंकि थोड़े सिलेबस दे विच ਉਹੀ मैंशन ने। सो ਹੁਣ इस बेसिस ਦੇ ਉੱਪਰ ਆਪਾਂ ਇਹ क्वेश्चंस देखते हैं। पहला क्वेश्चन की सी कि ਜਿਹੜੀ रबी क्रॉप्स ਉਹਨਾਂ ਨੂੰ ਕਦੋਂ ਬੀਜਿਆ ਜਾਂਦਾ है। सो कਦੋਂ ਬੀਜਿਆ ਜਾਂਦਾ है रबी क्रॉप्स ਨੂੰ, ਇੱਥੇ ਆਪਾਂ ਨੇ ਦੇਖਿਆ ਸੀ। सो मिड नवंबर ਦੇ ਅਰਾਊਂਡ ਇਹਨਾਂ ਨੂੰ ਬੀਜਿਆ ਜਾਂਦਾ है। ओके, सो ਇਹਦਾ आंसर ਕੀ ਆਊਗਾ, C। सो नेक्स्ट क्वेश्चन है, विच ऑफ द फॉलोइंग कॉम्बिनेशन इज इनकरेक्ट, इन्हां विचों केड़ा कॉम्बिनेशन इनकरेक्ट है। खरीफ क्रॉप राइस एंड मेज, रबी क्रॉप व्हीट एंड मस्टर्ड, जायद क्रॉप्स कॉटन एंड शुगर केन, ते कैश क्रॉप्स टी और रबर। ओके, सो तुसीं इत्थे देख सकते हो, इत्थे सारे एग्जाम्पल्स मैंशन कीते हुए ने किहड़ी क्रॉप्स किहड़ियां। सो इहदे बेसिस ते जिहड़ा आंसर आएगा वो आएगा C। ओके, इत्थे मैं तुहानूं दसना चाहनी हां कि जिहड़ी कैश क्रॉप्स हुंदियां वो किहड़ियां क्रॉप्स हुंदियां जिन्हां नूं स्पैशल प्रॉफिट ਦੇ ਲਈ ਉਗਾਇਆ ਜਾਂਦਾ ਹੈ। ਕੁਝ ਐਸੀ ਕ੍ਰੌਪਸ ਹੁੰਦੇ ਜਿਨ੍ਹਾਂ ਨੂੰ ਕੰਜ਼ੰਪਸ਼ਨ ਲਈ ਉਗਾਇਆ ਜਾਂਦਾ ਹੈ ਤੇ ਕੁਝ ਐਸੀ ਕ੍ਰੌਪਸ ਹੁੰਦੇ ਜਿਨ੍ਹਾਂ ਨੂੰ ਪ੍ਰੋਫਿਟ ਦੇ ਲਈ ਉਗਾਇਆ ਜਾਂਦਾ ਹੈ ਕਿ ਮਾਰਕੀਟ ਦੇ ਵਿੱਚ ਉਹਨਾਂ ਨੂੰ ਵੇਚਾਂਗੇ ਤਾਂ ਮੁਨਾਫਾ ਹੋਊਗਾ। ਸੋ ਕਿਹੜੀ ਹੁੰਦੀ ਹੈ, ਟੀ, ਰਬਰ। ਸੋ ਇਹ ਕਰੈਕਟ ਹੈ। ਓਕੇ, ਦੈਨ ਸੋ ਨੈਕਸਟ ਕੁਐਸਚਨ ਦੇਖੋ, ਦ ਸਾਇੰਟਿਫਿਕ ਨੇਮ ਆਫ ਰਾਈਸ ਇਜ਼, ਰਾਈਸ ਦਾ ਇਹਨਾਂ ਵਿੱਚੋਂ ਕਿਹੜਾ ਸਾਇੰਟਿਫਿਕ ਨੇਮ ਹੈ, ਔਰਾਈਜ਼ਾ ਸਤੀਵਾ, ਦੈਨ ਔਰਾਈਜ਼ਾ ਗਲੈਮਪ੍ਰੀਮਾ। ओके, बोथ A and B and none of these। और तो बाद नेक्स्ट क्वेश्चन है, सोइंग टाइम ऑफ राइस, जून जुलाई, मार्च अप्रैल, मई जून या नन ऑफ दीज। सो हम आप राइस बारे डिस्कस करते हैं, ये सारा कुछ नोट्स के विच दिता होया है। ओके, सो सब तो पहला जिहड़ी राइस है उसका साइंटिफिक नेम है ओरिजिया सतीवा। ओके, दैन जिहड़ा राइस है वो प्रैफर्ड स्टैपल फूड है साउदਰਨ ते नॉर्थ ईस्टर्न इंडिया दे विच। इंडिया जिहड़ा है वो सैकेंड लार्जेस्ट प्रोड्यूसर ते कंज्यूमर है राइस दा आफ्टर चाइना। ओके, अनपॉलिश्ड राइस जिहड़े हुंदे ने वो विटामिन A, B ते कैल्शियम दे विच रिच हुंदे हैं, बट जिहड़े पॉलिश राइस हुंदा है उन्हां विच A विटामिन दी कमी हुंदी है। उस तो बाद अगर आपां स्टेट्स चों गल करिए तां जिहड़ी वेस्ट बंगाल है वो लार्जेस्ट प्रोड्यूसर है राइस दी इंडिया दे विच। ओके, पंजाब दे विच राइस नूं की बोलते हैं, जीरी, धान या जोना। उस तो बाद पंजाब दे विच बहुत सारी प्रोग्रेस देखने को मिली है कुछ पास्ट टाइम तो, अगर आप देखिए लास्ट 45 ईयर्स तो राइस की प्रोडक्टिविटी दे विच। ठीक है, इस दे करके ही पंजाब नूं राइस बाउल ऑफ इंडिया भी बोलिया जाता है। ओके, बिकॉज राइस की प्रोडक्टिविटी पंजाब दे विच बहुत वध गई है। और तो बाद सो हुण आपां राइस की सोइंग ते हारवैसटिंग के बारे डिस्कस करते हैं। सब तो पहला अगर आप सोइंग दे विच देखिए तो टाइम ऑफ सोइंग की हुंदा राइस लई 20 मई तो लैके 5 जून तक। ओके, दैन स्पेसिंग की गल करिए फॉर नॉर्मल सोन क्रॉप स्पेसिंग ऑफ 20 to 22.5 सेंटीमीटर बिटवीन रोज इज रिकमेंडेड। व्हेन सोइंग इज डिलेड अ क्लोजर स्पेसिंग ऑफ 15 to 18 सेंटीमीटर शुड बी अडॉप्टेड। कि अगर आप नॉर्मल उगा रहे हैं क्रॉप नूं तां कितनी स्पेसिंग होगी, 20 तो लैके 22.5 बिटवीन रोज। ठीक है, तो अगर आप लेट बीज रहे हैं तो कितनी स्पेसिंग रखनी चाहिए है, 15 to 18 सेंटीमीटर। ओके, अगर आप मैथड की गल करिए कि किवें इन्हां नूं बीजना चाहिए, सो ब्रॉडकास्टिंग मैथड सब तो अच्छा हुंदा है। और तो बाद डेप्थ कितनी होनी चाहिए है, द सीडलिंग शुड बी ट्रांसप्लांटेड एट 2 to 3 सेंटीमीटर डेप्थ। शैलो प्लांटिंग गिव्स बैटर यील्ड्स। ओके, तो अगर आप सोइंग टैंपरेचर की गल करिए तो कितना होंदा 20 तो लैके 30 डिग्री सैल्सीयस। ओके, नैक्सट आप हारवैसटिंग की भी गल कर लैंदे आ। जदों हारवैसटिंग का टाइम हुंदा है, ओके, तो जिहड़ी ईल्ड हुंदी है उहनूं रीप किया जाता है जदों जिहड़ी क्रॉप हुंदी है वो थोड़ी जी येलोइश कलर च आ जाती है। सो जिहड़ी ईल्ड हुंदी है उहनूं जनरली हारवैसट किवें किया जाता है, मैनुअली, किहदी हेल्प नाल सिकल या फिर ब्लेंड हारवैसटर नूं यूज़ करके। ओके, फिर जिहड़ी हारवैसटेड क्रॉप्स हुंदियां उहनां नूं टाई अप करके एक बंडल्स दे विच कन्वर्ट किया जाता है। ओके, तो उहनां नूं बहुत ही ज़्यादा सख्त जिहड़ा सरफेस हुंदा है उहदे अगेंस्ट उहनूं स्ट्राइक किया जाता है। ओके, ताकि जिहड़े ग्रेन्स हैं वो स्ट्रॉ तो अलग हो जाए, तो ये विनोइंग मैथड का भी यूज़ किया जाता है। ओके, अगर आप हारवैसटिंग के टैंपरेचर की गल करिए तो 16 तो लैके 27 डिग्री सैल्सीयस होंदा है। सो हुण इहदे बेसिस ते आंसर देखते हैं क्वेश्चन के। साइंटिफिक नेम की है राइस का, ए ओरिजिया सतीवा। ओके, दैन
ਨੈਕਸਟ ਕੁਐਸਚਨ ਸੀਗਾ ਸੋਇੰਗ ਟਾਈਮ ਕਿਹੜਾ ਹੈ ਰਾਈਸ ਦਾ। ਇਹ ਆਪਾਂ ਨੇ ਦੇਖਿਆ ਨਾ ਕਿ ਰਾਈਸ ਦਾ ਸੋਇੰਗ ਟਾਈਮ ਸਭ ਤੋਂ ਵਧੀਆ ਕਿਹੜਾ ਹੁੰਦਾ 20 ਮਈ ਟੂ 5 ਜੂਨ। ਓਕੇ ਸੋ ਇਹਦੇ ਵਿੱਚ ਦੇਖੋ ਮਈ ਜੂਨ ਦਾ ਆਪਸ਼ਨ ਹੈਗਾ, ਬਿਲਕੁਲ ਸੀ ਆंसर ਕਰੈਕਟ ਹੈ। ਦੈਨ ਨੈਕਸਟ ਕੁਐਸਚਨ ਹੈ ਅਮੰਗ ਦ ਫੋਲੋਇੰਗ ਵਿਚ ਇਜ਼ ਨॉट द ਵੈਰਾਈਟੀ ਆਫ ਰਾਈਸ। ਦੇਖੋ ਜਿਹੜੀਆਂ ਵੀ ਕ੍ਰੌਪਸ ਹੈ ਉਹਨਾਂ ਦੀ ਬਹੁਤ ਜ਼ਿਆਦਾ ਵੈਰਾਈਟੀਜ਼ ਹੈ ਤੇ ਉਹ ਸਾਰੀਆਂ ਵੈਰਾਈਟੀਜ਼ ਜਿਹੜੀਆਂ ਨੇ ਉਹ ਨੋਟਸ ਦੇ ਵਿੱਚ ਮੈਂਸ਼ਨ ਕੀਤੀਆਂ ਹੋਈਆਂ ਨੇ। ਓਕੇ ਇੱਕ ਵਾਰ ਮੈਂ ਤੁਹਾਨੂੰ ਇਹ ਕਹੂੰਗੀ ਕਿਉਂਕਿ ਸਪੈਸ਼ਲ ਮੈਂਸ਼ਨ ਕੀਤਾ ਹੈ ਨਾ ਸਿਲੇਬਸ ਦੇ ਵਿੱਚ ਕਿ ਤੁਹਾਨੂੰ ਕ੍ਰੌਪਸ ਦੀ ਵੈਰਾਈਟੀਜ਼ ਕਰਨੀਆਂ ਹੀ ਕਰਨੀਆਂ, ਸੋ ਇੱਕ ਵਾਰ ਵੈਰਾਈਟੀਜ਼ ਨੂੰ ਅੱਛੇ ਤਰੀਕੇ ਨਾਲ ਜ਼ਰੂਰ ਰੀਡ ਕਰ ਲਿਓ। ਓਕੇ ਸੋ ਹੁਣ ਇਹਦੇ ਵਿੱਚੋਂ ਪੁੱਛਿਆ ਕਿ ਕਿਹੜੀ ਵੈਰਾਈਟੀ ਨਹੀਂ ਹੈ ਰਾਈਸ ਦੀ, PR 116, ਪੂਸਾ 44, ਪੂਸਾ ਬਾਸਮਤੀ 1121 ਜਾਂ PBW 752। ਇਹਦਾ ਆंसर ਆਏਗਾ ਡੀ, ਕਿਉਂਕਿ ਜਿਹੜੀ PBW 752 ਹੈ ਇਹ ਵੀਟ ਦੀ ਵੈਰਾਈਟੀ ਹੈ। ਓਕੇ ਬਾਕੀ ਸਾਰੀ ਰਾਈਸ ਦੀ ਵੈਰਾਈਟੀਜ਼ ਹੈ। ਸੋ ਹੁਣ ਆਪਾਂ ਇਹਨਾਂ ਬਾਰੇ ਥੋੜਾ ਦੇਖ ਲੈਂਦੇ ਹਾਂ। ਸਭ ਤੋਂ ਪਹਿਲਾਂ ਅਗਰ ਆਪਾਂ PR 116 ਦੀ ਗੱਲ ਕਰੀਏ ਤਾਂ ਸੈਮੀ ਡਵਾਰਫ ਸਟਿਫ ਸਟੂਡ ਵੈਰਾਈਟੀ ਹੈ। ਓਕੇ ਇਹ ਰੈਸਿਸਟੈਂਟ ਦਿਖਾਉਂਦੀ ਹੈ ਲੌਜਿੰਗ ਦੇ ਅਗੇਂਸਟ। ਦੈਨ ਇਹਦੇ ਜਿਹੜੇ ਲੀਵਸ ਹੁੰਦੇ ਆ ਉਹ ਲਾਈਟ ਗ੍ਰੀਨ ਕਲਰ ਦੇ ਹੁੰਦੇ ਆ ਤੇ ਇਰੈਕਟ ਹੁੰਦੇ ਆ। ਓਕੇ ਇਹ ਮੈਚਿਓਰ ਹੁੰਦੀ ਹੈ 144 ਡੇਜ਼ ਦੇ ਵਿੱਚ। ਜਿਹੜੇ ਇਹਦੇ ਗ੍ਰੇਨਸ ਹੁੰਦੇ ਆ ਲੌਂਗ ਹੁੰਦੇ ਆ, ਸਲੈਂਡਰ ਹੁੰਦੇ ਆ ਤੇ ਟ੍ਰਾਂਸਲੂਸੈਂਟ ਹੁੰਦੇ ਆ। ਦੈਨ ਅਗਰ ਆਪਾਂ ਐਵਰੇਜ ਈਲਡ ਦੀ ਗੱਲ ਕਰੀਏ ਤਾਂ ਕਿੰਨੀ ਹੁੰਦੀ ਹੈ ਇਹਦੀ 28 ਕੁਆਂਟਲਸ ਪਰ ਏਕੜ। ਓਕੇ ਦੈਨ ਪੂਸਾ 44, ਜਿਹੜਾ ਪੂਸਾ 44 ਹੈ ਲੌਂਗ ਡਿਊਰੇਸ਼ਨ ਵੈਰਾਈਟੀ ਹੈ ਤੇ ਸਸਪੈਕਟੇਬਲ ਹੈ ਟੂ ਬੈਕਟੀਰੀਅਲ ਬਲਾਈਟ। ਓਕੇ ਦੈਨ ਨੈਕਸਟ ਪੂਸਾ ਬਾਸਮਤੀ 1121, ਇਹ ਟੌਲ ਵੈਰਾਈਟੀ ਹੈ ਤੇ ਕਟਾਈ ਦੇ ਲਈ ਰੈਡੀ ਹੋ ਜਾਂਦੀ ਹੈ 137 ਡੇਜ਼ ਦੇ ਵਿੱਚ। ਓਕੇ ਐਰੋਮੈਟਿਕ ਵੈਰਾਈਟੀ ਵਿਦ ਲੌਂਗੈਸਟ ਕੁਕਿੰਗ ਲੈਂਥ ਐਂਡ ਹੈਵਿੰਗ ਗ੍ਰੇਟ ਕੁਕਿੰਗ ਕੁਆਲਿਟੀ। ਜਿਹੜੇ ਰਾਈਸ ਹੈ ਇਹਦੀ ਕੁਕਿੰਗ ਕੁਆਲਿਟੀ ਬਹੁਤ ਜ਼ਿਆਦਾ ਅੱਛੀ ਹੁੰਦੀ ਹੈ। ਓਕੇ ਇਟ ਗਿਵਸ ਐਵਰੇਜ ਈਲਡ ਆਫ 13.7 ਕੁਆਂਟਲ ਪਰ ਏਕੜ। ਓਕੇ ਦੈਨ ਨੈਕਸਟ PBW 752, ਇਹ ਲੇਟ ਵੈਰਾਈਟੀ ਹੈ। ਜਿਹੜੀ ਇਹ ਵੈਰਾਈਟੀ ਹੈ ਸੁਟੇਬਲ ਹੈ ਫॉर ਸੋਇੰਗ ਇਨ ਇਰੀਗੇਟਿਡ ਕੰਡੀਸ਼ਨ ਤੇ ਐਵਰੇਜ ਈਲਡ ਕਿੰਨੀ ਦਿੰਦੀ ਹੈ 19.2 ਕੁਆਂਟਲ ਪਰ ਏਕੜ। ਓਕੇ ਸੋ ਨੈਕਸਟ ਹੁਣ ਕੁਐਸਚਨ ਡਿਸਕਸ ਕਰਦੇ ਹਾਂ। ਵਿਚ ਆਫ ਦ ਫੋਲੋਇੰਗ ਕ੍ਰੌਪ ਇਜ਼ ਮੋਸਟ ਇਫੈਕਟਡ ਬਾਈ ਫਰੋਸਟ। ਫਰੋਸਟ ਦੇ ਨਾਲ ਇਹਨਾਂ ਵਿੱਚੋਂ ਕਿਹੜੀ ਕ੍ਰੌਪ ਹੈ ਜਿਹੜੀ ਸਭ ਤੋਂ ਵੱਧ ਇਫੈਕਟ ਹੁੰਦੀ ਹੈ, ਇਹਦਾ ਆंसर ਆਊਗਾ ਸੀ। ਓਕੇ ਬਿਲਕੁਲ ਖਰਾਬ ਹੋ ਜਾਂਦੀ ਹੈ ਅਗਰ ਫਰੋਸਟ ਹੋ ਜੇ। ਦੈਨ ਨੈਕਸਟ ਵਿਚ ਆਫ ਦ ਫੋਲੋਇੰਗ ਇਜ਼ ਦ ਵੈਰਾਈਟੀ ਆਫ ਕਾਟਨ। ਇਹਨਾਂ ਵਿੱਚੋਂ ਕਿਹੜੀ ਕਾਟਨ ਦੀ ਵੈਰਾਈਟੀ ਹੈ, ਅੰਕੁਰ 651, ਬੁਲੰਦ, ਪ੍ਰਤਾਪ 1 ਆਲ ਆਰ ਕਰੈਕਟ। ਇਹਦੇ ਵਿੱਚ ਆंसर ਆਏਗਾ ਏ, ਦੈਟ ਇਜ਼ ਅੰਕੁਰ 651। ਜਿਹੜੀ ਬੁਲੰਦ ਤੇ ਪ੍ਰਤਾਪ 1 ਹੈ ਇਹ ਦੋਨੋਂ ਮੇਜ਼ ਦੀਆਂ ਵੈਰਾਈਟੀਜ਼ ਹੈ। ਸੋ ਹੁਣ ਆਪਾਂ ਡਿਫਰੈਂਟ ਵੈਰਾਈਟੀਜ਼ ਦੇ ਬਾਰੇ ਥੋੜਾ ਦੇਖਦੇ ਹਾਂ। ਸਭ ਤੋਂ ਪਹਿਲਾਂ ਅੰਕੁਰ 651 ਦੀ ਗੱਲ ਕਰੀਏ ਤਾਂ ਜੈਸੀ ਟੋਲਰੈਂਟ ਹੈ ਤੇ ਲੀਫ ਕਲ ਰੈਜ਼ਿਸਟੈਂਟ ਹਾਈਬ੍ਰਿਡ ਵੈਰਾਈਟੀ ਹੈ। ਓਕੇ ਜਿਹੜੀ ਪਲਾਂਟ ਹੈ ਉਹਦੀ ਜਿਹੜੀ ਹਾਈਟ ਹੁੰਦੀ ਹੈ 97 ਸੈਂਟੀਮੀਟਰ ਹੁੰਦੀ ਹੈ ਤੇ 170 ਡੇਜ਼ ਦੇ ਵਿੱਚ ਮੈਚੁਰ ਹੁੰਦੀ ਹੈ। ਕਾਟਨ ਵੀਟ ਰੋਟੇਸ਼ਨ ਦੇ ਲਈ ਇਹ ਵੈਰਾਈਟੀ ਸੁਟੇਬਲ ਹੈ ਤੇ ਇਹਦੀ ਅਗਰ ਆਪਾਂ ਈਲਡ ਦੀ ਗੱਲ ਕਰੀਏ ਤਾਂ ਕਿੰਨੀ ਹੁੰਦੀ ਹੈ 7 ਕੁਆਂਟਲ ਪਰ ਏਕੜ। ਓਕੇ ਸੋ ਨੈਕਸਟ ਬੁਲੰਦ, ਜਿਹੜੀ ਬੁਲੰਦ ਹੈ ਉਹ ਐਪਲੀਕੇਬਲ ਹੈ ਫॉर ਥਰੂ ਆਊਟ ਦ ਸਟੇਟ ਇਨ ਇਰੀਗੇਟਿਡ ਏਰੀਆਜ਼ ਡਿਊਰਿੰਗ ਰੱਬੀ ਸੀਜ਼ਨ। ਮਤਲਬ ਪੂਰੀ ਸਟੇਟ ਦੇ ਵਿੱਚ ਜਿਹੜੇ ਇਰੀਗੇਟਿਡ ਏਰੀਆਜ਼ ਹੈ ਰੱਬੀ ਸੀਜ਼ਨ ਦੇ ਦੌਰਾਨ ਉਹਦੇ ਵਿੱਚ ਇਹਨੂੰ ਉਗਾਇਆ ਜਾ ਸਕਦਾ ਹੈ। ਜਿਹੜੇ ਕ੍ਰੌਪਸ ਆ 178 ਡੇਜ਼ ਦੇ ਵਿੱਚ ਮੈਚੁਰ ਹੁੰਦੇ ਆ। ਠੀਕ ਹੈ ਹਾਈ ਈਲਡ ਵੈਰਾਈਟੀ ਹੈ ਤੇ ਕੋਲਡ ਇਹ ਜਿਹੜੀ ਵੈਰਾਈਟੀ ਉਹ ਸੈਲਨ ਦੀ ਹੈ। ਠੀਕ ਹੈ ਅਗਰ ਆਪਾਂ ਇਹਦੀ ਈਲਡ ਦੀ ਗੱਲ ਕਰੀਏ ਤਾਂ 31 ਕੁਆਂਟਲ ਪਰ ਏਕੜ ਜਿਹੜੀ ਈਲਡ ਹੈ ਉਹ ਹੁੰਦੀ ਹੈ ਇਹਦੀ। ਦੈਨ ਪ੍ਰਤਾਪ 1 ਜਿਹੜੀ ਹੈ ਉਹ ਵੀ ਪੂਰੀ ਸਟੇਟ ਦੇ ਵਿੱਚ ਉਗਾਈ ਜਾ ਸਕਦੀ ਹੈ ਜਿਹੜੇ ਏਰੀਆਜ਼ ਇਰੀਗੇਟਿਡ ਨੇ ਰੱਬੀ ਸੀਜ਼ਨ ਦੇ ਦੌਰਾਨ। ਓਕੇ ਜਿਹੜੀ ਇਹ ਵਾਲੀ ਕ੍ਰੌਪ ਹੈ 180 ਡੇਜ਼ ਦੇ ਵਿੱਚ ਮੈਚੁਰ ਹੁੰਦੀ ਹੈ ਤੇ ਇਹ ਵੀ ਕੋਲਡ ਨੂੰ ਸੈਲਨ ਦੀ ਹੈ ਤੇ ਈਵਨ ਰੈਜ਼ਿਸਟੈਂਟ ਹੁੰਦੀ ਹੈ ਡਿਜ਼ੀਜ਼ ਨੂੰ। ਓਕੇ ਤੇ ਅਗਰ ਆਪਾਂ ਇਹਦੀ ਐਵਰੇਜ ਈਲਡ ਦੀ ਗੱਲ ਕਰੀਏ ਤਾਂ ਕਿੰਨੀ ਹੁੰਦੀ ਹੈ 25 ਕੁਆਂਟਲ ਪਰ ਏਕੜ। ਓਕੇ ਸੋ ਤੇ ਬੇਬੀ ਕੌਰਨ ਕਲਟੀਵੇਸ਼ਨ ਦੇ ਲਈ ਵੀ ਸੁਟੇਬਲ ਹੈ। ਓਕੇ ਸੋ ਨੈਕਸਟ ਦੇਖੋ ਬ੍ਰੈਡ ਵੀਟ ਇਜ਼ ਨੋਨ ਐਜ਼। ਬ੍ਰੈਡ ਵੀਟ ਨੂੰ ਕੀ ਬੋਲਦੇ ਆ, ਉਹਦਾ ਅਦਰ ਨੇਮ ਕੀ ਹੈ? ਸੋ ਇਹਦੇ ਵਿੱਚ ਆंसर ਆਏਗਾ ਟ੍ਰਿਟਿਕਮ ਐਸਟਿਵਮ। ਓਕੇ ਸੋ ਆंसर ਆਏਗਾ ਏ। then next है among the following which is the most critical stage for irrigation in wheat crop। wheat crop ਦੇ ਵਿੱਚ ਜਿਹੜੀ most critical stage ਹੁੰਦੀ ਹੈ irrigation ਦੀ ਉਹ ਕਿਹੜੀ ਹੁੰਦੀ ਹੈ? log stage, harvesting stage, vegetative stage ਜਾਂ CRI stage। ਸੋ ਇਹਦਾ ਆंसर ਆਏਗਾ D, that is CRI stage। ਸੋ ਜਿਹੜੀ CRI ਹੈ ਇਹਦੀ ਸਭ ਤੋਂ ਪਹਿਲਾਂ ਫੁੱਲ ਫਾਰਮ ਕੀ ਹੈ? crown root initiation। ਠੀਕ ਹੈ ਜਿਹੜੀ ਇਹ ਸਟੇਜ ਹੁੰਦੀ ਹੈ ਸਭ ਤੋਂ ਵੱਧ ਕ੍ਰਿਟੀਕਲ ਸਟੇਜ ਹੁੰਦੀ ਹੈ ਵੀਟ ਦੀ
अगर आप इरीगेशन के दौरान देखिए तो बिकॉज अगर इस दौरान मॉइस्चर की कमी होंगी है तो जी ईल्ड होंगी है उहदी विच भी कमी आ जाती है, ठीक है। स्मॉल अर्थ हैड्स की फॉर्मेशन हो जाती है। सो ये डिफरेंट क्रॉप्स की जी क्रिटिकल स्टेजिज हैं वो दिते हुई ने। सो तुसीं इन्हां नूं देख सकते हो। राइस की इनीशियल टिलरिंग ते फ्लावरिंग होंगी है। दैन वीट की जी होंगी है क्रिटिकल स्टेज सब तो बाद केड़ी होंगी है क्राउन रूट इनीशिएशन टिलरिंग then jointing boating flowering milk and dough stages, then wheat boot stage dough stage, okay, then pulses flowering and pudding, pea is the pre-bloom stage, then berseem after each cutting, gram pre-flowering and flowering, then pigeon pea flower initiation pod filling, then sorghum initial seeding pre-flowering flowering and grain formation, then barley the boot stage dough stage, okay, then maize the early vegetative tasseling and silking stage, okay। so इन्हां एक बार देख लियो। then नेक्स्ट क्वेश्चन डिस्कस करते हैं चिकपी नूं की बोलते हैं, मोका सरसों बंगाल ग्राम या हलवा। इसका आंसर क्या होगा सी दैट इज बंगाल ग्राम। तो चिकपी दे कुछ होर भी नाम है उहदे बारे भी मैं तुहानूं दसना चाहनी। एक तो बंगाल ग्राम हो गया, नैक्सट है गर्बेंजो बीन, ओके, ते नेक्स्ट इजिप्टियन पी। सो अज का लास्ट क्वेश्चन है शुगर केन दा बाय प्रोडक्ट दसो, स्पेंट वॉश बगैस मोलैसिस ऑल ऑफ दिस डिस्कस करते हैं। दैन आप क्वेश्चन का आंसर देखांगे, ओके। ये भी सारा कुछ नोट्स विच मैंशन है। सो अगर आप गल करिए शुगर केन इंडस्ट्री के 4 मेन बाय प्रोडक्ट्स हैं केड़े केड़े, केन टॉप बगैस, दैन फिल्टर मड, प्रेस मड या स्पेंट वॉश भी बोलते हैं उन्होंने, दैन मोलैसिस, ओके। सब तो पहला अगर आप केन टॉप की गल करिए तो ये कोई भी मार्केट वैल्यू नहीं होंगी, तो एक तरीके का यह फॉडर की तरह काम करता है, ओके, जिन्हों कि फीडिंग परपस लिए यूज़ किया जाता है। दैन नैक्सट है बगैस। जी बगैस है वो बेसिकली की होंगी है जो आप केन स्टॉक नूं क्रश करते हैं तो वो जूस नूं कढ़ लैंदे हैं, उस तो बाद जिहड़ा एक फाइबरस रेजिड्यू बच जाता है, ठीक है, उन्होंने बोलते हैं बगैस, ओके। तो यदा यूज़ किया इनू पेपर नूं मैन्युफैक्चर करने के लिए भी यूज़ किया जाता है, तो कई मिल्स के विच फ्यूल के तौर पर भी इनू यूज़ करते हैं, ओके। बट यदा जिहड़ा मेन यूज़ है वो पेपर मैन्युफैक्चरिंग दे विच है, ओके। फ्यूल दे विच ज़्यादा यूज़ नहीं होंदा, पेपर मैन्युफैक्चरिंग दे विच इहदा ज़्यादा यूज़ होंदा है। उस तो बाद थर्ड है फिल्टर मड प्रेस मड स्पेंट वॉश, ठीक है, इनू यूज़ किया जाता है एज सॉइल अमेंडमेंट दैट इज कंपोस्ट टू इनक्रीज फर्टिलिटी ऑफ सॉइल की फर्टिलिटी नूं वधाउण दे लई इहनूं एज ए कंपोस्ट यूज़ करते हैं। उस तो बाद नैक्सट है मोलैसिस। जिहड़ा मोलैसिस है वो रॉ मटीरियल प्रोवाइड करता है कादे लई, अल्कोहल दैट इज इथानॉल की मैन्युफैक्चरिंग दे लई, ओके। तो एक एफिशिएंट सबसीट्यूट है कादे लई पेट्रोलीयम प्रोडक्ट्स दे लई, मतलब कि है कि इहनूं कई पेट्रोलीयम प्रोडक्ट्स की थां ते यूज़ किया जाता है, ओके। सो दैट्स ऑल फॉर टूडे, ओके। पटवारी के लिए स्ट्रैटेजी भी है चैनल के नाल ही IT नोट्स भी लॉन्च किए हुए हैं, नैब तहसीलदार की टैस्ट सीरीज़ भी लॉन्च की हुई है। बाकी चैनल पर तुहानूं होर सारे सबजैक्ट्स नाल रिलेटेड वीडियोज़ मिल जाएंगियां, सो तुसीं इन्हां नूं देख सकते हो। थैंक यू सो मच फॉर वॉचिंग माई चैनल। अगर वीडियोज़ अच्छियां लगदियां लाइक करो तो ज़्यादा चैनल नूं सबसक्राइब करो।